ਏਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤਿ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸਹਿ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਤੁਮਰੀ ਮਹਿਮਾ ਅਪਰਿ ਅਪਾਰਾ ਜਾਂ ਕਾ ਲਹਿਓ ਨ ਤਿਨਹੁ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਵਾਜਾ ਕਹਾਂ ਬੁੱਧ ਪ੍ਰਭ ਤੁਝ ਹਮਾਰੀ ਵਰਨ ਸੁਕੈ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹ ਟਲ ਗੁਰੂ ਸੇਵੀਐ ਅਹਨਿਸ ਸਹਿਜ ਸੁਹਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਤੀਨ ਬਿਦਨ ਕੇ ਕਰਮ ਪਛਾਨ ਸੰਚਤ ਪ੍ਰਾਰਬਧ ਕਰੇ ਮਾਨ ਤਰਕਸ਼ ਅੰਤਹ ਕਰਨ ਮਝਾਰ ਤ੍ਰੈ ਬਿਦ ਬਾਣ ਸੇ ਬਸ ਬਿਹਾਰ ਤੀਨ ਬਿਦਨ ਕੇ ਕਰਮ ਪਛਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋਏ ਸਰਬੱਤ ਮਾਈ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਸਤਸੰਗਤ ਦੇ ਅੰਦਰ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜੋ ਜੋੜ ਮੇਲਾ ਹੋਇਆ ਹੈ ਤੇ ਕੁਝ ਭੀੜ ਭੜੱਕਾ ਸੰਗਤਾਂ ਦਾ ਇਹ ਆਉਣ ਜਾਣ ਦੇ ਵਿੱਚ ਰੋਡਾਂ ਦੇ ਉੱਤੇ ਵੀ ਦਿੱਕਤ ਹੋ ਰਹੀ ਹੈ। ਇਸ ਕਰਕੇ ਦਾਸ ਵੀ ਕੁਝ ਸਮੇਂ ਅਨੁਸਾਰ ਜੋ ਉੱਥੇ ਸਮਾਂ ਕੱਲ੍ਹ ਇਹ ਸੀ ਵੀ ਸ਼ਾਇਦ ਸ਼ਾਮਾਂ ਦੀ ਕਥਾ ਨਹੀਂ ਹੋਏਗੀ ਤੇ ਉਸ ਤੋਂ ਬਾਅਦ ਕਥਾ ਦਾ ਸਮਾਗਮ ਸੀ। ਆਪ ਸਾਰੀਆਂ ਸੰਗਤਾਂ ਆਓ ਹੁਣ ਮਨ ਬਿਰਤੀਆਂ ਇਕਾਗਰ ਕਰੋ। ਕੁਝ ਸਮਾਂ ਜੋ ਸਤਿਗੁਰਾਂ ਦੀ ਅੰਮ੍ਰਿਤ ਸਰੂਪ ਗੁਰਬਾਣੀ ਦੇ ਜਿੱਥੇ ਪ੍ਰਵਾਹ ਚੱਲਦੇ ਹੈ ਉੱਥੇ ਇਤਿਹਾਸ ਦੇ ਪੰਨਿਆਂ ਦੀ ਕਥਾ ਬੜੇ ਅਹਿਮ ਥਾਂ ਤੇ ਭਾਈ ਦਇਆ ਸਿੰਘ ਸਾਹਿਬ ਦੀ ਰਚਨਾ ਤੋਂ ਜੋ ਕਰਮ ਕਥਾ ਹੈ, ਕਰਮ ਕੀ ਹੈ, ਕਿੰਨੇ ਪ੍ਰਕਾਰ ਦਾ ਹੈ। ਕਰਮ ਇੱਕ ਬੀਜ ਹੈ ਜੋ ਅੰਤਸ਼ਕਰ ਦੀ ਧਰਤੀ ਦੇ ਅੰਦਰ ਕਿਸ ਪ੍ਰਕਾਰ ਜਨਮਾਂ ਜਨਮਾਤਰਾਂ ਦੇ ਬੀਜ ਪਏ ਹੈ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਕਿ ਭਾਵੇਂ ਸਾਡੇ ਸਰੀਰ ਨੂੰ ਸੁੱਖ ਮਿਲਦਾ ਹੈ ਜਾਂ ਦੁੱਖ ਮਿਲਦਾ ਹੈ, ਸੰਬੰਧੀਆਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਜਾਂ ਵਿਛੋੜਾ ਪ੍ਰਾਪਤ ਹੁੰਦਾ ਹੈ, ਧਨ ਪ੍ਰਾਪਤ ਹੁੰਦਾ ਹੈ ਜਾਂ ਧਨ ਪ੍ਰਾਪਤ ਹੋਇਆ ਚਲਾ ਜਾਂਦਾ ਹੈ, ਅਨੰਤ ਪ੍ਰਕਾਰ ਦੀਆਂ ਐਸੀਆਂ ਘਟਨਾਵਾਂ ਸਾਡੇ ਸਾਹਮਣੇ ਹੁੰਦੀਆਂ ਤੇ ਅਗਿਆਨ ਦੇ ਵਿੱਚ ਕੁਝ ਐਸਾ ਮਹਿਸੂਸ ਹੁੰਦਾ ਹੈ ਵੀ ਇਹ ਕਿਉਂ ਹੋਇਆ। ਅਗਿਆਨ ਦੇ ਕਾਰਨ ਇਹ ਮਹਿਸੂਸ ਹੁੰਦਾ ਹੈ, ਇਤਰਾਜ਼ ਹੁੰਦਾ ਹੈ, ਐਸਾ ਨਹੀਂ ਸੀ ਹੋਣਾ ਚਾਹੀਦਾ। ਪਰ ਇਸ ਸੋਚ ਦੇ ਨਾਲ ਵੀ ਕਰਮ ਆਪਣਾ ਪ੍ਰਭਾਵ ਕਦੀ ਨਹੀਂ ਤਿਆਗਦਾ। ਜੋ ਹੋਣਾ ਹੈ ਫਿਰ ਵੀ ਹੋਏਗਾ, ਨਾ ਚਾਹੁੰਦੇ ਹੋਏ ਵੀ ਹੋਏਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਾਰਿਆਂ ਪੱਖਾਂ ਵਿੱਚ ਬੜੇ ਪ੍ਰਮਾਣ, ਗੁਰਬਾਣੀ 'ਚ ਵੀ ਬੜੀਆਂ ਉਦਾਹਰਨਾਂ ਨੇ।
ਕਿ ਜੇ ਕਿਸੇ ਨੂੰ ਧਨ ਪ੍ਰਾਪਤ ਹੁੰਦਾ ਹੈ, ਇਹ ਵੀ ਕਰਮ ਫਲ ਹੈ। ਬਿਨ ਭਾਗਾਂ ਧਨ ਨਾਹੀਂ ਜੀਓ, ਭਾਗ ਉਦਯੰ ਲਬਦਿਅੰ ਮਾਇਆ। ਇਹ ਵੀ ਭਾਗਾਂ ਦਾ ਉਹਦੇ ਹੋਣਾ ਹੈ। ਸਰੀਰ ਦੇ ਬਣਨ ਤੋਂ ਪਹਿਲਾਂ ਪ੍ਰਾਰਬਧ ਬਣਦੀ ਹੈ। ਪ੍ਰਾਰਬਧ ਇਹ ਸਰੀਰ ਦਾ ਮੂਲ ਹੈ। ਪਹਿਲਾਂ ਪ੍ਰਾਰਬਧ ਬਣੀ, ਪਿੱਛੋਂ ਬਣਿਆ ਸਰੀਰ। ਸਰੀਰ ਬਾਅਦ ਵਿੱਚ ਬਣਦਾ ਹੈ, ਪ੍ਰਾਰਬਧ ਪਹਿਲਾਂ ਬਣਦੀ। ਜੋ ਕਰਮ ਪ੍ਰਾਰਬਧ ਵਿੱਚ ਆ ਜਾਏ ਉਹ ਬਦਲਦਾ ਨਹੀਂ। ਸਮਰੱਥ ਗੁਰੂ ਕਿਸ ਤਰੀਕੇ ਨਾਲ ਉਸ ਨੂੰ ਬਦਲਦਾ ਹੈ, ਕਿੰਨਾ ਕੁ ਬਦਲਦਾ ਹੈ, ਇਹ ਸਾਰਾ ਕੁਝ ਕਰਮ ਕਥਾ ਦੇ ਨਾਲ ਸੰਬੰਧਿਤ ਹੈ ਵਿਚਾਰ। ਇਹ ਸਾਰੀਆਂ ਵਿਚਾਰਾਂ ਇਸ ਤਰੀਕੇ ਦੇ ਨਾਲ ਠੀਕ ਰਹੇਗਾ। ਪਹਿਲਾਂ ਆਪਾਂ ਕਰਮ ਨੂੰ ਸਮਝ ਲਈਏ ਕਿ ਭਾਈ ਦਇਆ ਸਿੰਘ ਨੇ ਜੋ ਆਨੰਦਪੁਰ ਸਾਹਿਬ ਖਾਲਸੇ ਦੀ ਸਿਰਜਣਾ ਵੇਲੇ ਸਭ ਤੋਂ ਪਹਿਲ ਕਦਮੀ ਕਰਨ ਵਾਲੇ, ਸਭ ਤੋਂ ਪਹਿਲਾਂ ਸੀਸ ਦੇਣ ਵਾਸਤੇ ਕੁਰਬਾਨੀ ਕਰਨ ਵਾਲੇ ਭਾਈ ਦਇਆ ਸਿੰਘ ਜੀ ਹਨ। ਅਸਲ ਦੇ ਵਿੱਚ ਦਇਆ ਦੇ ਰੂਪ ਵਿੱਚ, ਦਇਆ ਇੱਕ ਗੁਣ ਹੈ ਤੇ ਵਿਅਕਤੀ ਦੇ ਰੂਪ ਵਿੱਚ ਇਸ ਧਰਮ ਦੀ ਸਿਰਜਣਾ ਵੇਲੇ ਖਾਲਸਾ ਧਰਮ ਵਿੱਚ ਸਭ ਤੋਂ ਪਹਿਲਾਂ ਦਇਆ ਆਈ ਹੈ। ਧਰਮ ਦਾ ਮੁੱਢ ਹੈ दया, धर्म का मूल है पाप मूल अभिमान, तुलसी दया ना छोड़िए जब ला घट में बना। ਉਹ ਭਾਈ ਦਇਆ ਸਿੰਘ ਨੂੰ ਸੀਸ ਅਰਪਣ ਤੋਂ ਆਪਣਾ ਰੂਪ ਦੇ ਕੇ ਕਲਗੀ ਵਾਲੇ ਸਤਿਗੁਰੂ ਨੇ ਪੰਜਾਂ ਪਿਆਰਿਆਂ ਨੂੰ ਬੜਾ ਮਾਣ ਬਖਸ਼ਿਸ਼ ਕੀਤਾ ਕਿ ਜਿੰਨੀ ਦੇਰ ਤੱਕ ਸੰਸਾਰ ਹੈ, ਜਦੋਂ ਮੇਰੇ ਨਾਂ ਦੀ ਅਰਦਾਸ ਹੋਏਗੀ, ਜਦੋਂ ਗੁਰੂ ਦੇ ਦਸੇ ਸਰੂਪਾਂ ਨੂੰ ਚੇਤੇ ਕੀਤਾ ਜਾਏਗਾ, ਤੇ ਉਦੋਂ ਭਾਈ ਦਇਆ ਸਿੰਘ ਜੀ ਤੁਹਾਨੂੰ ਵੀ ਪੰਜਾਂ ਨੂੰ ਚੇਤੇ ਕੀਤਾ ਜਾਏਗਾ, ਅਰਦਾਸ ਵਿੱਚ ਤੁਹਾਡਾ ਨਾਮ ਵੀ ਲਿਆ ਜਾਏਗਾ। ਹਰ ਪੱਖ ਵਿੱਚ। ਤੇ ਜਿਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਤਾਂ ਵੀ ਤੁਹਾਨੂੰ ਚੇਤੇ ਕੀਤਾ ਜਾਏਗਾ, ਅਰਦਾਸ ਹੋਏਗੀ ਤਾਂ ਵੀ ਚੇਤੇ ਕੀਤਾ ਜਾਏਗਾ। ਹਰ ਵੇਲੇ ਤੁਹਾਨੂੰ ਕਦੇ ਭੁੱਲੇਗਾ ਨਹੀਂ ਸੰਸਾਰ। ਉਹ ਭਾਈ ਦਇਆ ਸਿੰਘ ਜੀ ਨੂੰ ਅੱਜ ਮਾਣ ਬਖਸ਼ਿਆ ਕਿ ਕਰਮ ਕਥਾ ਸ੍ਰੀ ਮੁਖ ਤੇ ਸਭ ਹੁਣ ਉਚਾਰਾ, ਦਇਆ ਸਿੰਘ ਮਮ ਰੂਪ ਉਦਾਰਾ। ਮੇਰਾ ਆਪਣਾ ਰੂਪ ਹੈ। ਤੁਸੀਂ ਜਿੰਨੇ ਕਰੋ ਪ੍ਰਸ਼ਨ ਜੇਤ ਗੁਰੂ ਚ ਹੋਏ, ਜਿੰਨੀ ਤੁਹਾਡੀ ਰੁਚੀ ਹੈ ਦਿਲ ਖੋਲ ਕੇ ਪ੍ਰਸ਼ਨ ਕਰੋ। ਕਲਗੀ ਵਾਲੀ ਸਤਿਗੁਰੂ ਕਹਿੰਦੇ ਉੱਤਰ ਕਹੇ ਸਗਲ ਹੀ ਸੋਏ। ਸਾਰੇ ਉੱਤਰ ਭਾਈ ਦਇਆ ਸਿੰਘ ਤੁਹਾਨੂੰ ਮੇਰੇ ਵੱਲੋਂ ਦੇਣਗੇ। ਹੁਣ ਖਾਲਸੇ ਦਾ ਪ੍ਰਸ਼ਨ ਹੈ, ਭਾਈ ਦਇਆ ਸਿੰਘ ਜੀ ਕਰਮ ਕੀ ਹੈ? ਕਰਮ ਕਿੰਨੇ ਪ੍ਰਕਾਰ ਦਾ ਹੈ? ਇਹ ਜਨਮਾਂ ਜਨਮਾਤਰਾਂ ਦੇ ਕਰਮ ਦਾ ਬੀਜ ਅੰਤਿਸ਼ ਕਰਨ ਦੇ ਕਿਸ ਥਾਂ ਤੇ ਟਿਕਿਆ ਹੋਇਆ ਹੈ? ਕਿਸ ਭਾਂਡੇ ਵਿੱਚ ਹੈ ਸਾਰੇ ਬੀਜ? ਇਹ ਸਾਰੀਆਂ ਗੱਲਾਂ ਦਾ ਉੱਤਰ ਭਾਈ ਸਾਹਿਬ ਦੇ ਰਹੇ ਨੇ। ਆਓ ਇੱਥੇ ਕਥਾ ਹੈ। ਪਹਿਲਾਂ ਸਾਰੀ ਇਹ ਕਰਮ ਦੀ ਇਸ ਅਧਿਆਇ ਦੇ ਵਿੱਚ ਬਹੁਤ ਬਰੀਕੀ ਦੇ ਨਾਲ ਭਾਈ ਦਇਆ ਸਿੰਘ ਨੇ ਕਿਹਾ ਹੋਇਆ ਹੈ। 10 ਅਧਿਆਵਾਂ ਦੀ ਕਥਾ ਬੜੀ ਗੂੜ ਹੈ। ਅੱਗੇ ਆਤਮਿਕ ਵਿਚਾਰ ਸ਼ੁਰੂ ਹੋ ਜਾਂਦੀ ਹੈ। ਕਰਮ ਕਥਾ ਤੋਂ ਬਾਅਦ ਕੁਝ ਸਮਾਂ ਹੋਰ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਆ ਤੇ ਅੱਗੇ ਆਤਮਿਕ ਵਿਚਾਰ ਵਿੱਚੋਂ ਵੀ ਕੁਝ ਆਨੰਦ ਪ੍ਰਾਪਤ ਕਰ ਲਵਾਂਗੇ। ਪਰ ਹਾਲੇ ਕਰਮ ਕਥਾ ਚੱਲੇਗੀ। ਇਹਦਾ ਸਰਲ ਰੂਪ ਸਾਖੀਆਂ ਦੇ ਸਹਾਰੇ ਦੇ ਨਾਲ ਜ਼ਿਆਦਾ ਸਮਝ ਆਉਂਦਾ ਹੈ। ਇਸ ਕਰਕੇ ਆਪਾਂ ਸੱਜੇ ਖੱਬੇ ਤੋਂ ਕੁਝ ਸਾਖੀਆਂ ਦਾ ਸਹਾਰਾ ਵੀ ਲੈਨੇ ਆ ਤੇ ਅੱਜ ਸਾਖੀਆਂ ਦੀ ਬਜਾਏ ਕੁਝ ਕਥਾ ਅੱਗੇ ਇਹ ਸਮਝੀਏ ਕਿ ਭਾਈ ਸਾਹਿਬ ਜੀ
ਵਰਣਨ ਕਰਦੇ ਨੇ ਵੀ ਕਰਮ 3 ਪ੍ਰਕਾਰ ਦਾ ਹੁੰਦਾ ਹੈ। ਕਿਹੜੇ ਕਿਹੜੇ ਪ੍ਰਕਾਰ ਦਾ ਹੈ? ਕਰਮ ਬੀਜ ਕਿੱਥੇ ਰਹਿੰਦਾ ਹੈ? ਇਹ ਭਾਂਡਾ ਕਿਹਨਾਂ ਧਾਤੂਆਂ ਦਾ ਬਣਿਆ ਜਿਹਦੇ ਵਿੱਚ ਕਰਮ ਦੇ ਬੀਜ ਟਿਕੇ ਹੋਏ ਨੇ? ਇਹ ਕੁਝ ਅਹਿਮ ਗੱਲਾਂ ਨੂੰ ਸੁਣਨਾ ਕਰੋ ਜੀ। ਤੀਨ ਬਿਦਨ ਕੇ ਕਰਮ ਪਛਾਨ। 3 ਤੋਂ ਭਾਵ 3 ਹੈ, 3 ਕਿਸਮ ਦੇ ਕਰਮ ਹੋਇਆ ਕਰਦੇ। ਕਰਮ ਮੂਲ ਰੂਪ ਵਿੱਚ 3 ਪ੍ਰਕਾਰ ਦਾ ਹੀ ਹੈ। ਤੇ ਉਹ ਕਿਹੜੇ ਕਿਹੜੇ ਪ੍ਰਕਾਰ ਦਾ ਦੱਸਦੇ ਹਨ? ਸੰਚਿਤ ਪ੍ਰਲਬਧ ਕਰੇ ਮਾਨ। ਇਸ ਕਰਮ ਦੇ 3 ਨਾਮ ਹਨ। ਕਰਮ ਸ਼ਬਦ ਇੱਕੋ ਹੀ ਹੈ, ਪਰ ਇਹਦੇ ਨਾਲ 3 ਸ਼ਬਦ ਹੋਰ ਲੱਗਦੇ ਨੇ। ਸੰਚਿਤ ਕਰਮ, ਪ੍ਰਾਲਬਧ ਕਰਮ, ਕਿਰੇਮਾਨ ਕਰਮ। ਸੰਚਿਤ ਪ੍ਰਾਲਬਧ ਕਿਰੇਮਾਨ। 3 ਵਿਧਨ ਕੇ ਕਰਮ ਪਛਾਨ। ਸੰਚਿਤ ਪ੍ਰਾਲਬਧ ਕਿਰੇਮਾਨ। ਇੱਕ ਇੱਕ ਗੱਲ ਨੂੰ ਖੋਲ੍ਹਿਆ ਜਾਏਗਾ। ਅੱਗੇ ਭਾਈ ਸਾਹਿਬ ਦੱਸਣਗੇ। ਮਨ ਦੇ ਅੰਦਰ ਖਿਆਲ ਪੈਦਾ ਹੁੰਦਾ ਹੈ ਵੀ ਸੰਚਿਤ ਕੀ ਹੈ ਜੀ, ਪ੍ਰਾਲਬਧ ਕੀ ਹੈ, ਕਿਰੇਮਾਨ ਕਰਮ ਕੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਭਾਈ ਸਾਹਿਬ ਉੱਤਰ ਦਿੰਦੇ ਹਨ। ਤਰਕਸ਼ ਅੰਤਹ ਕਰਨ ਮਝਾਰ। ਜੁਗਤ ਦੇਖੋ ਭਾਈ ਦਇਆ ਸਿੰਘ ਦੀ। ਉੱਤਮ ਭਗਤੇ ਨੇ ਅਨੁਭਵ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ ਸਭਾ ਦੇ ਅੰਦਰ ਬੈਠੇ ਸਰੋਤੇ ਜਿਨ੍ਹਾਂ ਨੇ ਕਰਮ ਵਾਸਤੇ ਪ੍ਰਸ਼ਨ ਕੀਤਾ ਹੈ, ਇਹ ਸੂਰਮੇ ਨੇ, ਸ਼ਸਤਰਧਾਰੀ ਨੇ। ਜੇ ਕਿਤੇ ਪੇਂਡੂ ਇਲਾਕੇ ਦੇ ਵਿੱਚ ਰਹਿਣ ਵਾਲੇ ਸਿੱਖ ਨੂੰ ਉਪਦੇਸ਼ ਦਿੱਤਾ ਹੈ, ਜਿਹੜਾ ਪਹਿਲਾਂ ਹੀ ਜਾਣਦਾ ਹੈ ਕਿ ਖੇਤਾਂ ਵਿੱਚ ਦਾਣੇ ਕਿਵੇਂ ਬੀਜੇ ਜਾਂਦੇ ਨੇ, ਖੂਹ ਕਿਵੇਂ ਹੱਕਿਆ ਜਾਂਦਾ ਹੈ, ਉਹਨੂੰ ਉਹੋ ਜਿਹਾ ਪ੍ਰਮਾਣ ਦਿੰਦੇ ਨੇ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਜੇ ਵਪਾਰੀ ਹੈ, ਇਹ ਢੰਗ ਤਰੀਕੇ ਵਰਤੇ ਹੋਏ। ਭਾਈ ਦਇਆ ਸਿੰਘ ਜੀ ਨੇ ਸੋਚਿਆ ਵੀ ਇਹਨਾਂ ਸੂਰਮਿਆਂ ਨੂੰ ਹਰ ਵੇਲੇ ਸ਼ਸਤਰਾਂ ਦੇ ਨਾਲ ਨਿੱਤ ਦਾ ਵਾਹ ਹੈ। ਇਹਨਾਂ ਦੇ ਪੱਥੇ ਚੁੱਕੇ ਹੋਏ ਨੇ, ਲੱਕਾਂ ਦੇ ਨਾਲ ਬੰਨੇ ਹੈ, ਪੱਥਿਆਂ 'ਚ ਤੀਰ ਪਾਏ ਹੋਏ ਨੇ, ਕਮਾਨਾਂ ਹੱਥਾਂ 'ਚ ਫੜੀਆਂ ਹੋਈਆਂ ਨੇ। ਤੇ ਕਰਮ ਕਥਾ ਨੂੰ ਸਮਝਾਉਣ ਦੇ ਲਈ ਉਦਾਹਰਨਾਂ ਇਹਨਾਂ ਦੀ ਪਹਿਨੇ ਹੋਏ ਸ਼ਸਤਰਾਂ ਨੂੰ ਬਣਾ ਕੇ ਸਿੱਖਿਆ ਦਿੱਤੀ ਹੈ। ਜਲਦੀ ਸਮਝ ਜਾਣਗੇ, ਨਹੀਂ ਤਾਂ ਕਰਮ ਦੀ ਬਾਤ ਸਮਝ ਨਹੀਂ ਆਏਗੀ। ਸੌਖਾ ਤਰੀਕਾ ਵਰਤਣ ਲੱਗੇ ਨਾ। ਭਾਈ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਇਉਂ ਸਮਝ ਲਓ, ਤਰਕਸ ਅੰਤਹ ਕਰਨ ਮਝਾਰ। ਤਰਕਸ ਜਿਹਦੇ ਵਿੱਚ ਤੀਰ ਇਕੱਠੇ, ਪੱਥੇ ਨੂੰ ਕਹਿੰਦੇ ਨੇ ਤਰਕਸ। ਪੱਥੇ ਦੇ ਵਿੱਚ ਜਿਵੇਂ ਤੀਰ ਪਾਏ ਜਾਂਦੇ ਨੇ, ਕਹਿੰਦੇ ਤਰਕਸ਼ ਦੀ ਨਿਆਈ ਸਾਡਾ ਅੰਤਸ਼ਕਰਨ ਹੈ। ਪਰ ਹੁਣ ਬਾਤ ਉਹੀ ਹੈ, ਜਿਉਂ ਕੇਲੇ ਕੇ ਪਾਤ में पात पात में पात, त्यों गुरु नानक की बात में बात बात में बात। अंतस्करण की है, होर बरीक जाएगी गल। फिर वो अगे दसणगे भाई साहब। पहला हाले इतना ही समझ लो भी अंतस्करण ਉਹਨੂੰ ਕਹਿੰਦੇ ਨੇ ਜੋ ਅੰਦਰ ਦੀ ਕਿਰਿਆ ਕਰਨ ਵਾਲਾ ਹੈ। ਹਰ ਮਨੁੱਖ ਦੇ ਅੰਦਰ ਕਿਰਿਆ ਹੋ ਰਹੀ ਹੈ, ਉਸ ਕਿਰਿਆ ਨੂੰ ਸੰਕਲਪ ਕਹਿੰਦੇ ਆ। ਤੇ ਉਸੇ ਕਿਰਿਆ ਦੇ ਪ੍ਰਭਾਵ ਕਰਕੇ ਹੱਥ ਕਿਰਿਆ ਕਰਦੇ ਨੇ, ਅੱਖਾਂ ਪੈਰ ਜੋ ਵੀ ਹੈ ਅੰਗ ਸਾਰੇ ਅੰਦਰ ਦੀ। ਜੇ ਪਹਿਲੋਂ ਦੇ ਜੜ ਅੰਦਰ ਜੰਮੇ, ਜਿਵੇਂ ਬਿਰਸ਼ ਦੀ ਪਹਿਲਾਂ ਧਰਤੀ ਦੇ ਵਿੱਚ ਜੜ ਪੈਦਾ ਹੁੰਦੀ ਹੈ, ਫਿਰ ਉੱਪਰ ਬਿਰਸ਼ ਪੈਦਾ ਹੁੰਦਾ ਹੈ। ਸੰਕਲਪ ਦਾ ਜਨਮ ਪਹਿਲਾਂ ਸਾਡੇ ਅੰਦਰ ਹੁੰਦਾ ਹੈ। ਤੇ ਕੁਝ ਸੰਕਲਪ ਐਸੇ ਹੁੰਦੇ ਨੇ ਜਿਹਦੇ ਬਾਹਰਲੀ ਉਦਾਹਰਨ ਹੈ। ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਗਰਭ ਦੇ ਵਿੱਚ ਆ ਕੇ ਗਰਭਪਾਤ ਹੋ ਕੇ ਨਸ਼ਟ ਹੋ ਜਾਂਦੇ ਨੇ। ਅੱਗੇ ਉਹਨਾਂ ਦਾ ਨੱਕ ਮੂੰਹ ਹੱਥ ਪੈਰ ਕੁਝ ਵੀ ਨਹੀਂ ਬਣਿਆ ਹੁੰਦਾ, ਨਸ਼ਟ ਹੋ ਗਏ, ਗਰਭਪਾਤ ਹੋ ਗਏ। ਤੇ ਕੁਝ ਬੱਚੇ ਅੰਗ ਪੈਰ ਬਣ ਜਾਂਦੇ ਨੇ, ਪਰ ਅਜੇ ਜਨਮ ਨਹੀਂ ਲਿਆ ਹੁੰਦਾ, ਉਸ ਤੋਂ ਪਹਿਲਾਂ ਹੀ ਗਰਭ ਵਿੱਚ ਮਰ ਜਾਂਦੇ ਨੇ। ਉਹਨਾਂ ਦੇ ਅੰਗ ਪੈਰ ਦੇਖੇ ਜਾਂਦੇ ਨੇ। ਅੱਖਾਂ ਵੀ ਐਸੀ ਮਾਵਾਂ ਰੋਂਦੀਆਂ ਨੇ, ਦੇਖੋ ਜੀ ਬੱਚਾ ਨਸ਼ਟ ਹੋ ਗਿਆ।
ਤੇ ਬੜੇ ਸੋਹਣੇ ਅੰਗ ਪੈਰ ਸੀ, ਬੜੇ ਸੋਹਣੇ ਹੱਥ ਸੀ। ਉਹਨੂੰ ਦੇਖ ਕੇ ਉਤਨੇ ਹੀ ਗਮ ਹੁੰਦਾ ਹੈ। ਕੁਝ ਬੱਚੇ ਅੰਗ ਪੈਰ ਸਾਬਤ ਹੋ ਗਏ ਫਿਰ ਵੀ ਚਲੇ ਗਏ, ਤੇ ਕੁਝ ਬੱਚੇ ਐਸੇ ਨੇ ਜਿਹੜੇ ਜਨਮ ਤਾਂ ਲਿਆ, ਗਰਭ 'ਚ ਤਾਂ ਨਹੀਂ ਮਰੇ, ਪਰ ਜਨਮ ਲੈਂਦੇ ਹੀ ਕੁਝ ਪਲਾਂ ਤੋਂ ਬਾਅਦ, ਘੰਟਿਆਂ ਤੋਂ ਬਾਅਦ, ਦਿਨਾਂ ਤੋਂ ਬਾਅਦ ਮੌਤ ਹੋ ਗਈ, ਕੁਝ ਮਹੀਨਿਆਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ। ਤੇ ਕੁਝ ਬੱਚੇ ਨੇ ਜਿਹੜੇ ਉਹ ਫਿਰ ਪਾਲਣ ਪੋਸਣਾ ਵੀ ਹੁੰਦੀ ਹੈ, ਜਵਾਨ ਹੋ ਜਾਂਦੇ ਨੇ, ਜਵਾਨੀ ਦੀ ਸ਼ਕਤੀ ਉਹਨਾਂ 'ਚ ਭਰ ਜਾਂਦੀ ਹੈ, ਪੂਰੇ ਬਲ ਵਾਲੇ ਹੋ ਜਾਂਦੇ ਨੇ, ਬਿਮਾਰੀਆਂ ਨਾਲ ਲੜਨ ਦੀ ਤਾਕਤ ਹੋ ਜਾਂਦੀ ਹੈ। ਇਸੇ ਤਰ੍ਹਾਂ ਅੰਦਰ ਦੀ ਦੁਨੀਆ ਵਿੱਚ ਹੋ ਰਿਹਾ ਹੈ। ਕੁਝ ਸੰਕਲਪ ਉਹਨਾਂ ਬੱਚਿਆਂ ਦੀ, ਜੀਵਾਂ ਦੀ ਨਿਆਇਨ, ਜਿਹੜੇ ਮਾਂ ਦੇ ਗਰਭ ਦੇ ਵਿੱਚੋਂ ਗਰਭਪਾਤ ਹੋ ਕੇ ਨਸ਼ਟ ਹੋ ਗਏ। ਬਹੁਤ ਸੰਕਲਪ ਐਸੇ ਨੇ ਜਿਹੜੇ ਅੰਤਸ਼ਕਰਨ ਦੇ ਗਰਭ ਵਿੱਚ ਪੈਦਾ ਹੋਏ ਤੇ ਉਹਦੇ ਵਿੱਚ ਹੀ ਨਸ਼ਟ ਹੋ ਗਏ। ਸੰਸਾਰ ਨੇ ਉਹਦੀ ਕੋਈ ਸ਼ਕਲ ਨਹੀਂ ਦੇਖੀ। ਸਾਰਿਆਂ ਦੇ ਅੰਦਰ, ਮੇਰੇ ਅੰਦਰ, ਤੁਹਾਡੇ ਅੰਦਰ ਐਸੇ ਹੀ ਹੋ ਰਿਹਾ। ਕੁਝ ਸੰਕਲਪ ਐਸੇ ਨੇ ਜਿਨ੍ਹਾਂ ਦੀ ਸ਼ਕਲ ਸੰਸਾਰ ਕਦੀ ਨਹੀਂ ਦੇਖ ਸਕੇਗਾ, ਨਾ ਤੁਹਾਡੇ ਸੰਕਲਪਾਂ ਦੀ ਨਾ ਮੇਰਿਆਂ ਦੀ। ਬੜਾ ਪਰਦਾ ਰੱਖਿਆ ਪਰਮਾਤਮਾ ਨੇ। ਇਹਨੂੰ ਅੰਤਰ ਭੇਦ ਪਰਦਾ, ਉਹਦੇ ਅੰਦਰ ਕਿਰਿਆ ਹੋ ਰਹੀ ਹੈ। ਕੁਝ ਸੰਕਲਪ ਐਸੇ ਨੇ ਜਿਹੜੇ ਕੁਝ ਸਮੇਂ ਤੱਕ ਜਿਉਂਦੇ ਰਹਿੰਦੇ ਨੇ, ਅਜੇ ਪੂਰਾ ਆਕਾਰ ਨਹੀਂ ਬਣਿਆ ਉਹਨਾਂ ਦਾ, ਪਰ ਨਸ਼ਟ ਵੀ ਨਹੀਂ ਹੋਏ, ਬਾਰ-ਬਾਰ ਚੇਤਾ ਆ ਰਿਹਾ। ਬੁਰਾ ਜਾਂ ਭਲਾ, ਮੈਂ ਇਹ ਨਹੀਂ ਗੱਲ ਕਰਦਾ। ਸੰਕਲਪ ਬੁਰਾ ਵੀ ਹੋ ਸਕਦਾ ਹੈ, ਭਲਾ ਵੀ ਹੋ ਸਕਦਾ। ਬੱਚਾ ਗਰਭ ਵਿੱਚ ਜਿਹੜਾ ਹੈ ਉਹ ਦੇਵਤਾ ਸਰੂਪ ਵੀ ਹੋ ਸਕਦਾ ਹੈ, ਤੇ ਕੋਈ ਬਹੁਤ ਕੁਰਖਤ ਤੇ ਬਦਮਾਸ਼ ਵੀ ਹੋ ਸਕਦਾ ਹੈ, ਡਿੱਗੇ ਆਚਰਨ ਦਾ ਵੀ, ਪਰ ਅਜੇ ਪਤਾ ਕੋਈ ਨਹੀਂ ਆਉਂਦਾ, ਅਜੇ ਪਰਦੇ 'ਚ ਹੈ। ਕੁਝ ਸੰਕਲਪ ਸਾਡੇ ਐਸੇ ਨੇ ਜਿਹੜੇ ਪਰਦੇ ਵਿੱਚ ਹੋਣ ਕਰਕੇ ਸੰਸਾਰ ਨੂੰ ਕੋਈ ਪਤਾ ਨਹੀਂ ਚੱਲਿਆ ਕਿ ਸੰਕਲਪ ਚੰਗਾ ਸੀ ਜਾਂ ਮਾੜਾ ਸੀ। ਤੇ ਕੁਝ ਸੰਕਲਪ ਸਾਡੇ ਜਿਨ੍ਹਾਂ ਦਾ ਅੰਦਰ ਆਕਾਰ ਬਣ ਗਿਆ, ਪਰ ਉਹ ਸਾਕਾਰ ਨਹੀਂ ਹੋਏ। ਆਕਾਰ ਬਣਨਾ ਹੋਰ ਬਾਤ ਹੈ, ਸਾਕਾਰ ਬਣਨਾ ਹੋਰ ਬਾਤ ਹੈ। ਤੇ ਸਾਕਾਰ ਤਾਂ ਸਾਹਮਣੇ ਬਣਨਾ ਹੈ, ਤੇ ਉਹ ਅੰਗ ਪੈਰ ਬਣਨ ਦੀ ਤਰ੍ਹਾਂ ਅੰਦਰੇ ਫਿਰ ਨਸ਼ਟ ਹੋ ਗਏ, ਸਾਕਾਰ ਰੂਪ ਧਾਰਨ ਨਹੀਂ ਕੀਤਾ। ਕੁਝ ਸੰਕਲਪ ਸਾਡੇ ਐਸੇ ਨੇ ਜਿਹੜੇ ਅੰਤਸ਼ਕਰਨ ਦੇ ਵਿੱਚੋਂ ਜਨਮ ਲੈ ਕੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ। ਚੰਗਾ ਜਾਂ ਮੰਦਾ ਲੋਕਾਂ ਨੂੰ ਸਮਝ ਆ ਜਾਂਦੀ ਹੈ ਜਦੋਂ ਕਿਰਿਆ ਹੋਣੀ ਸ਼ੁਰੂ ਹੁੰਦੀ ਹੈ। ਲੋਕੀ ਕਹਿੰਦੇ ਨੇ ਬੰਦਾ ਬਹੁਤ ਮਾੜਾ ਹੈ। ਉਹ ਮਾੜੇ ਸੰਕਲਪ ਨੇ ਸਾਕਾਰ ਧਾਰਨ ਕੀਤਾ ਬਾਹਰ, ਤੇ ਮੂਰਤੀਵਾਨ ਹੋ ਗਿਆ। ਸੰਸਾਰ ਨੂੰ ਸਮਝ ਆ ਗਈ, ਸੰਸਾਰ ਨੇ ਉਹਦੀ ਸ਼ਕਲ ਵੇਖ ਲਈ। ਸੰਕਲਪ ਇਹ ਸੀ ਉਹ। ਤੇ ਜਦੋਂ ਸੰਕਲਪ ਪੂਰੇ ਜੋਬਨ ਤੇ ਆ ਜਾਏ, ਚੰਗਾ ਜਾਂ ਮੰਦਾ ਦੋਨਾਂ ਪੱਖਾਂ ਦਾ ਹੀ ਹੋ ਸਕਦਾ ਹੈ, ਤਾਂ ਸਾਰਾ ਪਰਿਵਾਰ ਇੱਕ ਪਾਸੇ ਹੋ ਜਾਏ, ਸਾਰਾ ਸੰਸਾਰ ਇੱਕ ਪਾਸੇ ਹੋ ਜਾਏ, ਤੇ ਉਹ ਫਿਰ ਸੰਕਲਪ ਦ੍ਰਿੜ ਇੰਨਾ ਹੋ ਜਾਂਦਾ, ਜਵਾਨ ਹੋਇਆ ਉਹ ਬੰਦਾ ਮੁੜਦਾ ਨਹੀਂ, ਕਹਿੰਦਾ ਨਹੀਂ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ। ਇਸ ਕਰਕੇ ਅੰਦਰ ਦੀ ਕਿਰਿਆ ਹੋਣ ਕਰਕੇ ਇਹਨੂੰ ਕਹਿੰਦੇ ਅੰਤਹਿਕਰਨ। ਅੰਦਰ ਦੀ ਕਿਰਿਆ ਹੋ ਰਹੀ ਹੈ, ਅੰਤਸ਼ਕਰਨ। ਬਣਦਾ ਕਿਹੜੀ ਕਿਹੜੀ ਚੀਜ਼, ਉਹ ਅੱਗੇ ਆ ਰਹੀ ਹੈ ਬਾਤ। ਪਹਿਲਾਂ ਵੀ ਤੁਹਾਡੇ ਵਿੱਚ ਗੁਰਮੁਖ ਜਿਹੜੇ ਸਿਆਣੇ ਬੈਠੇ ਆ, ਸੂਝਵਾਨ, ਬੇਨਤੀ ਕੀਤੀ ਸੀ ਵੀ ਇਹ ਕਥਾ ਸੂਝਵਾਨ ਸਿਆਣਿਆਂ ਦੇ ਹੀ ਸੁਣਨ ਵਾਲੀ ਹੈ। ਸਾਖੀਆਂ ਵਾਲੀ ਕਥਾ ਜਿਹੜੀ ਹੈ ਉਹ ਅਣਜਾਣ ਤੋਂ ਅਣਜਾਣ ਜਿਹਨੂੰ ਮਰਜ਼ੀ ਸੁਣਾ ਲਓ। ਇਸ ਕਰਕੇ ਬੜੀ ਖੁਸ਼ੀ ਦੀ ਬਾਤ ਹੈ ਵੀ ਉਸ ਬਰੀਕ ਬਾਤ ਨੂੰ ਵੀ ਸਮਝਣ ਵਾਸਤੇ ਆਪ ਬੜੀ ਇਕਾਗਰਤਾ ਦੇ ਰਹੇ ਹੋ।
ਇਹ ਤੋਂ ਪਤਾ ਚੱਲਦਾ ਹੈ। ਔਰ ਫਿਰ ਇਹ ਕਥਾ ਹੈ ਕਿਸ ਵਾਸਤੇ? ਜੇ ਕੋਈ ਵੀ ਨਾ ਸੁਣੇ ਇਸ ਨੂੰ, ਕਰਨ ਵਾਲੇ ਤਾਂ ਛੱਡਣ ਲੱਗ ਹੀ ਗਏ ਇਹਨੂੰ, ਕਿਉਂਕਿ ਗੂੜ ਬਾਤ ਹੈ। ਇਸ ਕਰਕੇ ਇਹ ਦੇਖਣਾ ਅੱਜ ਵਕਤਿਆਂ ਵਿੱਚ ਵੀ ਐਸੀ ਭਾਵਨਾ ਪੈਦਾ ਹੋ ਗਈ ਵੀ ਉਹ ਕੁਝ ਸੁਣਾਓ ਜੋ ਸਰੋਤਿਆਂ ਦੇ ਮੱਥੇ ਤੇ ਪੜ੍ਹਿਆ ਜਾਵੇ, ਪਹਿਲਾਂ ਕੀ ਸੁਣਨਾ ਚਾਹੁੰਦੇ ਨੇ। ਗੁਰੂ ਘਰ ਵਿੱਚ ਐਸਾ ਨਹੀਂ ਹੈ। ਗੁਰੂ ਕਹਿੰਦਾ ਹੈ ਜੋ ਮੈਂ ਸੁਣਾਉਣਾ ਚਾਹੁੰਦਾ ਤੈਨੂੰ ਉਹ ਸੁਣਨਾ ਪਏਗਾ, ਜੋ ਤੂੰ ਸੁਣਨਾ ਚਾਹੁੰਦਾ ਇਸ ਦਾ ਨਹੀਂ ਕੋਈ ਲੈਣ ਦੇਣ ਮੇਰੇ ਕੋਲ। ਮੈਂ ਸੁਣਾਉਣਾ ਚਾਹੁੰਦਾ ਉਹ ਤੈਨੂੰ ਸੁਣਨਾ ਪਏਗਾ। ਸੋ ਆਓ, ਅੰਤਸਕਰਨ ਅੰਦਰ ਦੀ ਕਿਰਿਆ ਕਰਨ ਵਾਲੀ ਸ਼ਕਤੀ ਜਿਹੜੀ ਅੰਦਰ ਸਾਨੂੰ ਸੰਕਲਪ ਪੈਦਾ ਕਰਦੀ ਹੈ, ਤੈ ਵਿਦਵਾਨ ਸੇ ਬਸਵੇ ਹਾਰ, ਉਹ ਇੱਕ ਤਰਕਸ਼ ਦੀ ਨਿਆਈ ਹੈ, ਤਰਕਸ਼ ਪੱਥੇ ਦੀ ਨਿਆਈ ਹੈ। ਇਉਂ ਸਮਝ ਲਓ ਕਿ ਪੱਥੇ ਵਿੱਚ 3 ਤਰ੍ਹਾਂ ਦੇ ਤੀਰ ਹੁੰਦੇ ਆ। ਉਹਦੇ ਨਾਲ ਸਾਰੀ ਗੱਲ ਸਮਝ ਆਊਗੀ, ਕਰਮ ਸਮਝ ਆਉਣਾ ਉਹਦੇ ਨਾਲ। 3 ਤਰ੍ਹਾਂ ਦੇ ਬਾਣ ਹਨ ਪੱਥੇ ਵਿੱਚ। ਅੰਤਸਕਰਨ ਵਿੱਚ 3 ਤਰ੍ਹਾਂ ਦੇ ਕਰਮ ਹਨ। ਉਹ ਕੈਸੇ ਹਨ? ਚੇਤਨ ਆਤਮ ਸਾਇਆ ਜੋਏ। ਹੁਣ ਅੰਤਸਕਰਨ ਦੀ ਬਣਤਰ ਕਿਵੇਂ ਹੈ? ਜਿਹੜਾ ਚੇਤਨ ਹੈ, ਬ੍ਰਹਮ ਦਾ ਨਾਮ ਹੈ, ਸਾਰੀ ਜਗ੍ਹਾ ਵਿਆਪਕ ਹੈ ਜਿਹੜਾ, ਤੇ ਉਸ ਚੇਤਨ ਦੇ ਨਾਲ ਸਾਰੇ ਚੇਤਨ, ਉਸ ਚੇਤਨ ਬ੍ਰਹਮ ਦੀ ਜੋ ਛਾਇਆ ਪ੍ਰਤੀਬਿੰਬ, ਇੱਕ ਬਿੰਬ ਹੁੰਦਾ ਹੈ, ਪ੍ਰਤੀਬਿੰਬ ਹੁੰਦਾ ਹੈ। ਇਹ ਸਮਝਣ ਵਾਲੀ ਬਾਤ ਹੈ। ਵੈਸੇ ਹਰ ਗੱਲ ਹੀ ਬਹੁਤ ਬਰੀਕੀ ਨਾਲ ਸਮਝਣ ਵਾਲੀ ਹੈ। ਬਿੰਬ ਦਾ ਪ੍ਰਤੀਬਿੰਬ ਹੁੰਦਾ ਹੈ, ਧੁਨ ਦੀ ਪ੍ਰਤੀ ਧੁਨ ਹੁੰਦੀ ਹੈ, ਕਰਮ ਦਾ ਪ੍ਰਤੀਕਰਮ ਹੁੰਦਾ ਹੈ। ਮਿਸਾਲ ਦੇ ਤੌਰ ਤੇ ਆਕਾਸ਼ ਵਿੱਚ ਜਿਹੜਾ ਦਿਸਦਾ ਸੂਰਜ, ਇਹ ਬਿੰਬ ਹੈ। ਜਿਹੜਾ ਪਾਣੀ ਵਿੱਚ ਸੂਰਜ ਦਿਸਦਾ ਹੈ, ਇਹ ਪ੍ਰਤੀਬਿੰਬ ਹੈ, ਛਾਇਆ। ਚੇਤਨ ਦੀ ਛਾਇਆ ਤੇ ਜਿਹੜਾ ਚੇਤਨ ਦਾ ਪ੍ਰਤੀਬਿੰਬ ਹੈ ਉਹਦੀ ਗੱਲ ਕਰ ਰਹੇ ਨੇ। ਚੇਤਨ ਦੀ ਨਹੀਂ, ਚੇਤਨ ਦੇ ਪ੍ਰਤੀਬਿੰਬ ਦੀ ਬਾਤ ਹੈ। ਜਿਹੜਾ ਚੇਤਨ ਦਾ ਪ੍ਰਤੀਬਿੰਬ ਹੈ, ਇੱਕ ਤਾਂ ਇਹ ਅੰਤਸਕਰਨ ਕਿਵੇਂ ਬਣਦਾ ਹੈ ਉਹਦੀ ਬਾਤ ਦੱਸਣ ਲੱਗੇ ਨੇ। ਇਹ ਪੱਥਾ ਅੰਦਰ ਦਾ ਕਿਵੇਂ ਤਿਆਰ ਹੋਇਆ ਹੈ? ਪ੍ਰਤਿਬਿੰਬਤ ਅੰਤఃਕਰਨ ਹੋਏ। ਉਹਦੇ ਨਾਲ ਚੇਤਨ ਦੀ ਛਾਇਆ ਜਿਹੜੀ ਅੰਤਸਕਰਨ ਵਿੱਚ ਪੈ ਰਹੀ ਹੈ, ਸਤੋਮੀ ਅੰਸ਼ ਹੈ ਨਾ ਜਿਹੜੀ, ਉਹ ਬਾਤ ਖੁੱਲੀ ਗਈ ਹੋਗੀ ਚੱਲ ਕੇ, ਉਹਦੇ ਨਾਲ ਅੰਤਸਕਰਨ ਪ੍ਰਤਿਬਿੰਬਤ ਹੋ ਗਿਆ, ਜਾਣੀ ਪ੍ਰਤੀਬਿੰਬ ਦੇ ਸਹਿਤ ਹੋ ਗਿਆ। ਅੰਤਸਕਰਨ ਚ ਚੇਤਨ ਦਾ ਆਭਾਸ ਪੈ ਰਿਹਾ ਹੈ। ਹਰ ਅਗਿਆਨ ਅੰਸ਼ ਕੇ ਸਹਿਤ। ਨੰਬਰ 1, ਅੰਤਸਕਰਨ ਵਿੱਚ ਚੇਤਨ ਦਾ ਆਭਾਸ, ਉਹਦਾ ਪ੍ਰਤੀਬਿੰਬ, ਤੇ ਦੂਸਰੇ ਨੰਬਰ ਤੇ ਅਗਿਆਨ। 2 ਚੀਜ਼ਾਂ ਹੋ ਗਈਆਂ। ਤਿਸ ਮਹਿ ਕਰਮ ਬੀਜ ਗਨ ਰਹਿਤ। ਅੰਤਸਕਰਨ, ਅੰਤਸਕਰਨ ਦੇ ਵਿੱਚ ਚੇਤਨ ਦਾ ਆਭਾਸ, ਤੇ ਫਿਰ ਅਗਿਆਨ ਦੀ ਅੰਸ਼। ਇਹ 3 ਚੀਜ਼ਾਂ ਇਕੱਠੀਆਂ ਹੋ ਕੇ ਇਹਦੇ ਵਿੱਚ ਫਿਰ ਕਰਮ ਦਾ ਬੀਜ ਇਹਦੇ ਵਿੱਚ ਟਿਕਿਆ ਰਹਿੰਦਾ ਹੈ। ਇਹ 3 ਚੀਜ਼ਾਂ ਇਕੱਠੀਆਂ ਹੁੰਦੀਆਂ ਹਨ। ਅੰਤఃਕਰਨ ਆਪ ਜੜ ਹੈ। ਹੁਣ ਭਾਈ ਸਾਹਿਬ ਖੋਲ ਦੇਣ ਦੁਬਾਰੇ ਫਿਰ ਇਸੇ ਬਾਤ ਨੂੰ ਕਿ ਗੁਰੂ ਪਿਆਰਿਓ, ਅੰਤਸਕਰਨ ਤਾਂ ਇੱਕ ਜੜ ਹੈ, ਆਪਣੇ ਆਪ ਚ ਕੁਝ ਵੀ ਨਹੀਂ। ਜੜ ਵਸਤੂ ਆਪਣੇ ਆਪ ਨਹੀਂ ਹਿਲ ਸਕਦੀ। ਅੰਤਸਕਰਨ ਆਪ ਜੜ ਹੈ, ਆਪ ਜੜ ਹੈ। ਜਵਲੋ ਸੱਤਾ ਚੇਤਨ ਨਾਲ ਹੈ। ਜਿੰਨੀ ਦੇਰ ਤੱਕ ਚੇਤਨ ਦੀ ਸੱਤਾ, ਚੇਤਨ ਦਾ ਆਭਾਸ ਉਹਦੇ ਵਿੱਚ ਨਾ ਪਵੇ, ਉਨੀ ਦੇਰ ਤੱਕ ਉਹ ਜੜ ਹੈ, ਹਰਕਤ 'ਚ ਨਹੀਂ ਆ ਸਕਦਾ। ਅੰਤਸਕਰਨ ਨੂੰ ਹਰਕਤ 'ਚ ਲਿਆਉਣ ਵਾਲੀ ਸ਼ਕਤੀ ਜਿਹੜੀ ਹੈ ਉਹ ਚੇਤਨ ਦਾ ਆਭਾਸ ਹੈ। ਤਵਲੋ ਕਰਮ ਧਰਨ ਸਮਰਥ ਨ ਹੈ। ਉਨੀ ਦੇਰ ਤੱਕ ਅੰਤਸਕਰਨ ਕੱਲਾ ਚੇਤਨ ਦੀ ਚੇਤਨ ਕਲਾ ਤੋਂ ਬਿਨਾ ਅੰਤਸਕਰਨ ਕਰਮ ਬੀਜ ਨੂੰ ਸਾਂਭ ਨਹੀਂ ਸਕਦਾ। ਇਸ ਵਾਸਤੇ ਚੇਤਨ ਸਾਤੀ ਸਮਰੱਥ ਰਹੇ। ਚੇਤਨ ਦੀ ਛਾਇਆ ਤੋਂ ਉਹਦੇ ਚ ਕਰਮ ਬੀਜ ਨੂੰ ਸਾਂਭਣ ਦੀ ਸਮਰੱਥਾ ਪੈਦਾ ਹੁੰਦੀ ਹੈ, ਸ਼ਕਤੀ। ਅੰਤఃਕਰਨ ਅਹਿ ਮਨ ਜੋਏ। ਅੰਤਸਕਰਨ ਕਹੋ, ਮਨ ਕਹੋ, ਇੱਕੋ ਹੀ ਬਾਤ ਹੈ। ਅੰਤਸਕਰਨ ਦੇ ਭੇਦ ਨੇ 4। ਇੱਕੋ ਹੀ ਅੰਤਸਕਰਨ ਦੀਆਂ 4 ਬਿਰਤੀਆਂ ਨੇ। ਜਦੋਂ ਬਿਰਤੀ ਅੰਤਸਕਰਨ ਦੀ ਕਲਪਨਾ ਰੂਪ ਹੁੰਦੀ ਹੈ ਉਦੋਂ ਮਨ ਕਹਿੰਦੇ ਨੇ। ਜਦੋਂ ਨਿਸ਼ਚਾ ਰੂਪ ਹੁੰਦੀ ਹੈ ਉਦੋਂ ਬੁੱਧ ਕਹਿੰਦੇ ਨੇ।
ਨਿਰਣਾ ਕਰਨ ਵਾਲੀ। ਤੇ ਜਿਸ ਵੇਲੇ ਅੰਤਸ਼ਕਰਨ ਦੀ ਬਿਰਤੀ ਜਿਹੜੀ ਹੈ ਚਿੰਤਨਤ ਰੂਪ ਹੁੰਦੀ ਹੈ, ਉਹਨੂੰ ਚਿੱਤ ਕਿਹਾ ਜਾਂਦਾ ਹੈ। ਜਦੋਂ ਮੈਂ ਮੇਰੀ ਦਾ ਸਮਿਲਤ ਭਾਵ ਪ੍ਰਗਟ ਹੋ, ਜਦੋਂ ਅਹੰਕਾਰ ਕਿਹਾ ਜਾਂਦਾ ਹੈ। ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟਾ ਅੰਤःਕਰਨ ਇਹਨੂੰ ਕਹਿੰਦੇ ਨੇ ਵਿਦਵਾਨ। ਇਸ ਪ੍ਰਕਾਰ ਇਹਨੂੰ ਮਨ ਕਹੋ ਅੰਤਸ਼ਕਰਨ ਕਹੋ, ਇੱਕੋ ਹੀ ਬਾਤ ਹੈ। ਜਬ ਅਗਿਆਨ ਸਮੇਤੈ ਹੋਏ, ਜਦੋਂ ਅੰਤਸ਼ਕਰਨ ਅਗਿਆਨ ਦੇ ਸਮੇਤ ਹੋਵੇ, ਜਦੋਂ ਅੰਤਸ਼ਕਰਨ ਚੇਤਨ ਦੇ ਪ੍ਰਤੀਬਿੰਬ ਸਮੇਤ ਹੋਵੇ, ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਣ, ਤਬ ਸਮਰੱਥ ਕਰਮ ਤਰ ਸਾਰੇ, ਤਾਂ ਸਾਰੇ ਕਰਮ ਨੂੰ ਧਾਰਨ ਵਾਸਤੇ ਸਮਰੱਥਾ ਪੈਦਾ ਹੁੰਦੀ ਹੈ। ਬਿਨ ਅਗਿਆਨ ਕਰਮ ਨਹਿ ਧਾਰੇ, ਜੇ ਇਹਨਾਂ ਤਿੰਨਾਂ ਚੋਂ ਇਕੱਲੇ ਅਗਿਆਨ ਨੂੰ ਇੱਕ ਪਾਸੇ ਕੱਢ ਦਈਏ ਤਾਂ ਵੀ ਉਹ ਕਰਮ ਬੀਜ ਪੈਦਾ ਨਹੀਂ ਹੋ ਸਕਦਾ, ਸਾਂਭਿਆ ਨਹੀਂ ਜਾ ਸਕਦਾ। ਦੋਹਰਾ ਅੰਤఃਕਰਨ ਅਗਿਆਨ ਦਵੈ ਚੇਤਨ ਆਤਮ ਤੀਨ। ਤੇ ਭਾਈ ਸਾਹਿਬ ਕਹਿੰਦੇ ਅੰਤਸ਼ਕਰਨ ਤੇ ਅਗਿਆਨ ਤੇ ਚੇਤਨ, ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਕਰਕੇ ਹੋਇ ਇਕਤਰ ਧਾਰਹਿ ਕਰਮ ਧਰੈ ਨ ਹੋਇ ਇਕ ਹੀਨ। ਤੇ ਇਹ ਤਿੰਨੇ ਇਕੱਠੇ ਹੋਣ ਕਰਮ ਧਾਰਨ ਕਰਦੇ। ਜੇ ਇੱਕ ਨਾ ਹੋਵੇ ਇਹਨਾਂ 'ਚ, ਚੇਤਨ ਦਾ ਪ੍ਰਤੀਬਿੰਬ ਨਾ ਹੋਵੇ, ਫਿਰ ਵੀ ਕਰਮ ਬੀਜ ਇਹਦੇ 'ਚ ਨਹੀਂ ਰਹਿ ਸਕਦਾ। ਅਗਿਆਨ ਦੀ ਅੰਸ਼ ਨਾ ਹੋਵੇ, ਫਿਰ ਵੀ ਨਹੀਂ ਰਹਿ ਸਕਦਾ। ਤੇ ਅੰਤਸ਼ਕਰਨ ਨਾ ਹੋਵੇ ਤਾਂ ਵੀ ਨਹੀਂ ਰਹਿ ਸਕਦਾ। ਇਹ ਤਿੰਨਾਂ ਦੇ ਇਕੱਤਰ ਹੋਣ ਤੋਂ ਕਰਮ ਬੀਜ ਨੂੰ ਸਾਂਭਣ ਵਾਸਤੇ ਇੱਕ ਭਾਂਡਾ ਬਣਦਾ ਹੈ। ਸੋ ਅੱਜ ਦੀ ਕਥਾ ਇੱਥੇ ਤੱਕ ਹੀ ਆਪਾਂ ਰਹਿਣ ਦਿੰਦੇ ਹਾਂ। ਸਮਾਂ ਪਹਿਲਾਂ ਹੀ ਕਾਫੀ ਹੋ ਗਿਆ ਸੀ। ਦਿਨ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨਗਰ ਕੀਰਤਨ ਦੇ ਵਿੱਚ ਥੱਕੇ ਹੋਏ ਵੀ ਹੈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇੱਥੇ ਪਾਵਨ ਅੰਮ੍ਰਿਤ ਵਚਨਾਂ ਵਿੱਚ ਦੋਹਰਾ ਆਇਆ। ਠੀਕ ਥਾਂ ਤੇ ਕਥਾ ਦਾ ਵਿਸਰਾਮ ਹੈ। ਰਹਿੰਦੀ ਕਥਾ ਕੱਲ ਨੂੰ ਇਸੇ ਥਾਂ ਤੇ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਇੱਥੇ ਸਮਾਪਤ। ਅੰਤఃਕਰਨ ਅਗਿਆਨ ਦਵੈ ਚੇਤਨ ਆਤਮ ਤੀਨ। ਹੋਇ ਇਕਤਰ ਧਾਰਹਿ ਕਰਮ ਧਰੈ ਨ ਹੋਇ ਇਕ ਹੀਨ। ਵਾਹਿਗੁਰੂ ਜੀ ਕਾ ਖਾਲਸਾ